ਸਿਟਿੰਗ ਐਮਐਲਏ ਨੂੰ ਟਿਕਟ ਛੱਡ ਕੇ ਇੱਕ ਨਵੇਂ ਬੰਦੇ ਨੂੰ ਦੇ ਦੇਣੀ ਗੈਰ ਤਜਰਬੇਕਾਰ ਇਹ ਮੇਰੇ ਤੇ ਨਹੀਂ ਕੱਲੀ ਉਹਨਾਂ ਨੇ ਆਰੀ ਚਲਾਈ। ਪੰਜਾਬ 'ਚ ਬਹੁਤ ਥਾਵਾਂ ਦੇ ਉੱਤੇ ਇਹ ਜਿਹਾ ਕੁਝ ਹੋਇਆ। ਮੈਨੂੰ ਵੀ ਆਫਰਸ ਆਈਆਂ ਸੀ ਅਕਾਲੀ ਦਲ ਵੱਲੋਂ ਵੀ, ਆਮ ਆਦਮੀ ਪਾਰਟੀ ਵੱਲੋਂ ਵੀ। ਸਾਰਿਆਂ ਨੇ ਮੈਨੂੰ ਇਹੀ ਰਾਏ ਦਿੱਤੀ ਸੀ ਕਿ ਜੇ ਤਾਂ ਐਮਐਲਏ ਬਣਨਾ ਤਾਂ ਫਿਰ ਤਾਂ ਭਾਵੇਂ ਜਿਹੜੀ ਮਰਜ਼ੀ ਆਮ ਆਦਮੀ ਜੁਆਇਨ ਕਰ ਲਾ, ਜੇ ਨੈਸ਼ਨਲਿਜ਼ਮ ਰੱਖਣੀ ਹੈ ਮਨ 'ਚ, ਲੰਬੀ ਰੇਸ ਦਾ ਘੋੜਾ ਬਣਨਾ ਤਾਂ ਫਿਰ ਬੀਜੇਪੀ ਜੁਆਇਨ ਕਰ। ਕਾਂਗਰਸ ਤੇ ਬੀਜੇਪੀ ਦੋਨਾਂ ਦਾ ਕਦੇ ਏਜੰਡਾ ਹੁੰਦਾ ਸੀ ਨੈਸ਼ਨਲਿਜ਼ਮ ਦਾ। ਅੱਜ ਕਾਂਗਰਸ ਆਪਣੇ ਏਜੰਡੇ ਤੋਂ ਖਿਸਕ ਗਈ। ਤੁਸੀਂ ਹੋਗੇ, ਹੋਰ ਸਾਰੇ ਜਿਹੜੇ ਹੋਗੇ ਜਾ ਰਹੇ ਨੇ, ਇੱਕ ਕੈਪਟਨ ਦੇ ਸੱਜੇ ਖੱਬੇ ਨੇ ਵੀ ਕੈਪਟਨ ਤੁਹਾਨੂੰ ਭੇਜ ਰਿਹਾ ਤੇ ਭਾਜਪਾ ਨੂੰ ਮਜ਼ਬੂਤ ਹੋ ਰਿਹਾ। ਇਹ ਮੇਰੇ ਤੇ ਨਹੀਂ ਇਹ ਗੱਲ ਕਹੀ ਜਾ ਸਕਦੀ ਵੀ ਇਹ ਕੈਪਟਨ ਦਾ ਖਾਸ ਸੀ। ਬੜਾ ਕੁਝ ਹੁੰਦਾ ਆ ਰਾਜਨੀਤੀ ਦੇ ਵਿੱਚ। ਮੈਨੂੰ ਉਸ ਵੇਲੇ ਤਾਂ ਕੁਲਜੀਤ ਨਾਗਰੇ ਹੋਣਾ ਦਾ ਸਾਥੀ ਮੰਨਿਆ ਜਾਂਦਾ ਸੀ ਤੇ ਅਸੀਂ ਤਾਂ ਜਿਹੜੇ ਬਲੱਡ ਦੇ ਵਿੱਚ ਡੀਐਨਏ ਦੇ ਵਿੱਚ ਬੇਵਫਾਈ ਨਹੀਂ, ਜਿਹਦੇ ਨਾਲ ਹੋ ਗਏ ਉਹਦੀ ਜਿਹੜੀ ਕਿਸ਼ਤੀ 'ਚ ਸਵਾਰ ਹੋ ਗਏ ਉਹਦੀ ਸੁੱਖ ਮੰਗੀ ਦੀ ਜੈ ਜੈਕਾਰ। ਉਹਦੀ ਡੁੱਬਦੇ ਨਾਲ ਹੀ ਜਾਣਾ। ਮੇਰੀ ਕਿਸਮਤ ਬਹੁਤ ਚੰਗੀ ਹੈ। ਜਿਹੜੇ ਬੰਦੇ ਵਫਾਦਾਰ ਹੁੰਦੇ ਆ, ਜਿਹੜੇ ਬੰਦੇ ਦਿਲੋਂ ਸੱਚੇ ਸੁੱਚੇ ਹੁੰਦੇ, ਉਹਨਾਂ ਦੀ ਪ੍ਰਮਾਤਮਾ ਮਦਦ ਕਰਦਾ। ਸੋ ਭਾਜਪਾ ਆਗੂ ਹਰਜੋਤ ਕਮਲ ਵੀ ਸਾਡੇ ਨਾਲ ਇਸ ਟਾਈਮ ਮੌਜੂਦ ਹੈਗੇ ਨੇ। ਹਰਜੋਤ ਕਮਲ ਜੀ, ਅੱਜ ਜੋ ਹੋਇਆ ਇੱਥੇ ਸਿਆਸਤ 'ਚ ਇੱਕ ਵੱਡੀ ਉਥਲ ਪੁਥਲ, ਕਿੱਦਾਂ ਦੇਖਦੇ ਹੋ ਇਹਨੂੰ? ਇਹਦੀ ਭਾਜੀ ਉਥਲ ਪੁਥਲ ਦੀ ਸ਼ੁਰੂਆਤ ਇਲੈਕਸ਼ਨ ਤੋਂ ਪਹਿਲਾਂ ਹੀ ਹੋ ਗਈ ਸੀ। ਜਦੋਂ ਮੇਰੇ ਵਰਗੇ ਕਈ ਸਾਥੀ ਜਿਹੜੇ ਪੁਰਾਣੇ ਉਥਲ ਕਰਨ ਵਾਲੇ ਸ਼ਾਮਲ ਸੀ ਉਸ ਟਾਈਮ। ਮੈਂ ਕਰਨ ਵਾਲਿਆਂ 'ਚ ਨਹੀਂ ਸੀ, ਮੇਰੇ ਤੋਂ ਤਾਂ ਹੋਈ ਸੀ, ਕਰਵਾਈ ਗਈ ਮੇਰੇ ਉੱਤੇ ਹੋਈ ਸੀ ਜੀ। ਮਤਲਬ ਮੇਰੇ ਕਹਿਣ ਦਾ ਇਹ ਸੀਗਾ ਕਿ ਉਸ ਵੇਲੇ ਜਿਹੜੀ ਪੰਜਾਬ 'ਚ ਕਾਂਗਰਸ ਦੀ ਲੀਡਰਸ਼ਿਪ ਸੀ ਉਹ ਇੰਨੀ ਇਸ ਤਰੀਕੇ ਨਾਲ ਆਪਹੁਦਰੀ ਹੋ ਗਈ, ਬੜੇ ਮੂਲੀਆਂ ਵਾਂਗੂ, ਸ਼ਲਗਮਾਂ ਵਾਂਗੂ ਪੁਰਾਣੇ ਸੀਨੀਅਰ ਬੰਦੇ ਵੱਡੇ ਸਿਟਿੰਗ ਐਮਐਲਏ ਨੂੰ ਟਿਕਟ ਛੱਡ ਕੇ ਇੱਕ ਨਵੇਂ ਬੰਦੇ ਨੂੰ ਦੇ ਦੇਣੀ ਗੈਰ ਤਜਰਬੇਕਾਰ ਇਹ ਮੇਰੇ ਤੇ ਨਹੀਂ ਕੱਲੀ ਉਹਨਾਂ ਨੇ ਆਰੀ ਚਲਾਈ। ਪੰਜਾਬ 'ਚ ਬਹੁਤ ਥਾਵਾਂ ਦੇ ਉੱਤੇ ਇਹ ਜਿਹਾ ਕੁਝ ਹੋਇਆ ਔਰ ਇਹਦਾ ਨਤੀਜਾ ਇਹ ਹੋਇਆ ਕਿ ਪਾਰਟੀ ਤੋਂ ਲੋਕਾਂ ਦਾ ਮੋਹ ਵੀ ਭੰਗ ਹੋਇਆ ਔਰ ਜਿਹੜੇ ਲੋਕ ਇਹ ਸਮਝਦੇ ਸੀਗੇ ਕਿ ਕਾਂਗਰਸ ਦੀ ਦੁਆਰਾ ਸਰਕਾਰ ਬਣ ਸਕਦੀ ਆ, ਉਹਨਾਂ ਨੂੰ ਲੱਗਿਆ ਵੀ ਜੇ ਇਹ ਆਪਦੇ ਬੰਦਿਆਂ ਨੂੰ ਆਪ ਹੀ ਮਾਰਨ ਤੇ ਲੱਗੇ ਤਾਂ ਫਿਰ ਸਰਕਾਰ ਹੁਣ ਬਣਨੀ ਨਹੀਂ। ਇਸੇ ਕਰਕੇ ਅਕਾਲੀ ਦਲ ਤੋਂ ਪਹਿਲਾਂ ਹੀ ਲੋਕਾਂ ਦਾ ਮੋਹ ਭੰਗ ਸੀ। ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਇੰਨਾ ਵੱਡਾ ਮੈਂਡੇਟ ਮਿਲ ਗਿਆ। ਸਾਰਿਆਂ ਨੂੰ ਇਹ ਲੱਗਿਆ ਵੀ ਅਕਾਲੀਆਂ ਦਾ ਬੁਰਾ ਹਾਲ ਹੈ, ਕਾਂਗਰਸ ਦਾ ਇਹਨਾਂ ਨੇ ਆਪ ਕਰ ਲਿਆ ਤੇ ਇਸ ਕਰਕੇ ਆਪ ਨੂੰ ਹੀ ਪਾਤੀਆਂ ਵੋਟਾਂ। ਉਹ ਮੈਂਡੇਟ ਅਕਾਲੀ ਦਲ ਤੇ ਕਾਂਗਰਸ ਦੇ ਵਿਰੋਧ ਵਿੱਚ ਮਿਲਿਆ, ਨਾ ਕਿ ਆਮ ਆਦਮੀ ਪਾਰਟੀ ਨੂੰ ਵੋਟ ਮਿਲੀ। ਹੁਣ ਉਹੀ ਜਿਹੜਾ ਕੁਝ ਬਿੱਲੀਆਂ ਦੀ ਲੜਾਈ 'ਚ ਬਾਂਦਰ ਦਾ ਫਾਇਦਾ ਹੋ ਗਿਆ, ਇਵੇਂ ਕਹਿ ਲਓ ਤੁਸੀਂ। ਸੋ ਉਹਦੇ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਅੱਜ ਵੀ ਜਿਹੜੀ ਸਟੇਬਿਲਿਟੀ ਕਾਂਗਰਸ ਦੇ ਵਿੱਚ ਹੈ ਨਹੀਂ, ਚਾਹੇ ਨੈਸ਼ਨਲ ਲੈਵਲ ਦੇ ਉਹਨਾਂ ਦੀ ਪਾਰਟੀ ਦੇ ਲੀਡਰਸ਼ਿਪ ਦੀ ਗੱਲ ਕਰ ਲਾਂ, ਚਾਹੇ ਪੰਜਾਬ ਲੈਵਲ ਦੀ ਗੱਲ ਕਰ ਲਾਂ। ਸੋ ਇਹ ਕਿਤੇ ਨਾ ਕਿਤੇ ਉਸੇ ਦਾ ਹੀ ਨਤੀਜਾ ਆ ਕਿ ਜਿਹੜੀ ਈਵਨ ਇੰਨੇ ਸੀਨੀਅਰ ਲੀਡਰਸ਼ਿਪ ਆ, 5-5 4-4 ਵਾਰੀ ਦੇ ਐਮਐਲਏ ਸਾਹਿਬਾਨ ਨੇ, ਮੰਤਰੀ ਰਹੇ ਨੇ, ਕੈਬਨਿਟ ਦੇ ਵਜ਼ੀਰ, ਉਹ ਕਿਤੇ ਨਾ ਕਿਤੇ ਨਿਰਾਸ਼ਤਾ ਦੇ ਆਲਮ ਵਿੱਚ ਹੈਗੇ ਆ। ਔਰ ਜਦੋਂ ਉਹਦਾ ਕੋਈ ਤੋੜ ਤੇ ਜਵਾਬ ਆਪਾਂ ਲੱਭਦੇ ਹਾਂ, ਜਿਵੇਂ ਮੈਂ ਵੀ ਜੁਆਇਨ ਕਰਨ ਤੋਂ ਪਹਿਲਾਂ ਮੈਨੂੰ ਵੀ ਜਦੋਂ ਮੈਂ ਆਪਣੇ ਸੀਨੀਅਰ ਸਾਥੀਆਂ ਨਾਲ, ਪੁਰਾਣੇ ਪੋਲੀਟੀਸ਼ੀਅਨਾਂ ਨਾਲ ਰਾਬਤਾ ਕਰਕੇ ਹਾਂ ਸਲਾਹ ਲਈ ਤਾਂ ਉਹਨਾਂ ਨੇ ਮੈਨੂੰ ਇਹੀ ਕਿਹਾ ਸੀਗਾ, ਉਦੋਂ ਆਪਸ਼ਨਸ ਤਾਂ ਸਾਰੀਆਂ ਹੀ ਹੁੰਦੀਆਂ, ਮੈਨੂੰ ਵੀ ਆਫਰਸ ਆਈਆਂ ਸੀ ਅਕਾਲੀ ਦਲ ਵੱਲੋਂ ਵੀ, ਆਮ ਆਦਮੀ ਪਾਰਟੀ ਵੱਲੋਂ ਵੀ, ਤਾਂ ਸਾਰਿਆਂ ਨੇ ਮੈਨੂੰ ਇਹੀ ਰਾਏ ਦਿੱਤੀ ਸੀ ਕਿ ਜੇ ਤਾਂ ਐਮਐਲਏ ਬਣਨਾ ਤਾਂ ਫਿਰ ਤਾਂ ਭਾਵੇਂ ਜਿਹੜੀ ਮਰਜ਼ੀ ਆਮ ਆਦਮੀ ਜੁਆਇਨ ਕਰ ਲੈ, ਜੇ ਨੈਸ਼ਨਲਿਜ਼ਮ ਰੱਖਣੀ ਹੈ ਮਨ 'ਚ, ਲੰਬੀ ਰੇਸ ਦਾ ਘੋੜਾ ਬਣਨਾ ਤਾਂ ਫਿਰ ਬੀਜੇਪੀ ਜੁਆਇਨ ਕਰ। ਸੋ ਐਂਡ ਆਫ ਦਾ ਡੇ ਮੈਂ ਸਾਰਿਆਂ ਨਾਲ ਰਾਏ ਮਤ ਕਰਕੇ ਤੇ ਮੈਨੂੰ ਲੱਗਿਆ ਸੀਗਾ ਕਿ ਕਾਂਗਰਸ ਤੇ ਬੀਜੇਪੀ ਦੋਨਾਂ ਦਾ ਕਦੇ ਏਜੰਡਾ ਹੁੰਦਾ ਸੀ ਨੈਸ਼ਨਲਿਜ਼ਮ ਦਾ। ਅੱਜ ਕਾਂਗਰਸ ਆਪਣੇ ਏਜੰਡੇ ਤੋਂ ਖਿਸਕ ਗਈ। ਹੁਣ ਜਿੱਥੇ ਭਾਜਪਾ ਅੱਜ ਵੀ ਭਾਰਤ ਮਾਤਾ ਕੀ ਜੈ ਕਹਿੰਦੀ ਆ, ਅੱਜ ਵੀ ਨੈਸ਼ਨਲਿਜ਼ਮ ਦੀ ਸੋਚ ਰੱਖਦੀ ਆ, ਉੱਥੇ ਕਾਂਗਰਸ ਦੇ ਰਾਹੁਲ ਗਾਂਧੀ ਜੀ ਨੇ ਤਾਂ ਪਿੱਛੇ ਜੇ ਇੱਕ ਸਟੇਟਮੈਂਟ ਦਿੱਤੀ ਆ, ਕੁਛ ਇੱਦਾਂ ਦੀ ਸੀ ਕਿ ਜਿਹੜਾ ਇੰਡੀਆ ਹੈਗਾ ਉਹ ਸਟੇਟਸ ਦਾ ਮਿਲ ਕੇ ਬਣਿਆ ਹੋਇਆ ਹੈਗਾ, ਯੂਨੀਅਨ ਆਫ ਸਟੇਟਸ। ਬਿਲਕੁਲ। ਸੋ ਇਹ ਹਿੰਦੁਸਤਾਨ ਕਦੇ ਵੀ ਯੂਨੀਅਨ ਆਫ ਸਟੇਟਸ ਨਹੀਂ ਹੈਗਾ, ਇੱਕ ਭਾਰਤ ਮਾਤਾ ਆ। ਤੁਸੀਂ ਰਾਸ਼ਟਰਪਤੀ ਦੀ ਗੱਲ ਕਰ ਰਹੇ ਹੋ, ਪਰ ਕਿਤੇ ਨਾ ਕਿਤੇ ਸਵਾਲ ਜੇ ਆਪਾਂ ਪੰਜਾਬ ਦੀ ਪੋਲਿਟਿਕਸ ਤੇ ਆ ਜਾਈਏ ਖੜੇ ਹੁੰਦਾ ਕਿ ਤੁਸੀਂ ਹੋਗੇ, ਹੋਰ ਸਾਰੇ ਜਿਹੜੇ ਹੋਗੇ ਜਾ ਰਹੇ ਨੇ, ਇੱਕ ਕੈਪਟਨ ਦੇ ਸੱਜੇ ਖੱਬੇ ਨੇ ਵੀ ਕੈਪਟਨ ਤੁਹਾਨੂੰ ਭੇਜ ਰਿਹਾ ਤੇ ਭਾਜਪਾ ਨੂੰ ਮਜ਼ਬੂਤ ਹੋ ਰਿਹਾ। ਦੇਖੋ ਇਹ ਮੇਰੇ ਤੇ ਨਹੀਂ ਇਹ ਗੱਲ ਕਹੀ ਜਾ ਸਕਦੀ ਵੀ ਇਹ ਕੈਪਟਨ ਦਾ ਖਾਸ ਸੀ। ਬੜਾ ਕੁਝ ਹੁੰਦਾ ਆ ਰਾਜਨੀਤੀ ਦੇ ਵਿੱਚ। ਮੈਨੂੰ ਉਸ ਵੇਲੇ
ਤਾਂ ਕੁਲਜੀਤ ਨਾਗਰੇ ਹੋਣਾ ਦਾ ਸਾਥੀ ਮੰਨਿਆ ਜਾਂਦਾ ਸੀ। ਤੇ ਪਰ ਇਹ ਕੋਈ ਭੇਜਦਾ ਨਹੀਂ ਹੁੰਦਾ ਕਿਸੇ ਨੂੰ, ਨਾ ਕੋਈ ਕਿਸੇ ਦੇ ਕਹੇ ਤੇ ਆਉਂਦਾ ਹੁੰਦਾ। ਆਪਣੀ ਲਾਈਫ ਆ, ਆਪਣੀ ਪੋਲੀਟਿਕਸ ਆ। ਇਹ ਮੈਂ ਦੇਖਣਾ ਮੈਨੂੰ ਕਿੱਥੇ ਜਾ ਕੇ ਦਿਲ ਨੂੰ ਸਕੂਨ ਮਿਲਦਾ ਕਿੱਥੇ। ਅੱਜ ਜੇ ਤੁਸੀਂ ਪੰਜਾਬ ਦੀ ਜਾਂ ਸੈਂਟਰ ਦੀ ਪੋਲੀਟਿਕਸ ਦੇਖ ਲਓ ਤਾਂ ਵੀ ਤੁਹਾਨੂੰ ਭਾਜਪਾ 'ਚ ਹੀ ਉਹਦੀ ਖੜੋਤ ਮਿਲਦੀ ਹੈ। ਅੱਜ ਜੇ ਤੁਸੀਂ ਨੈਸ਼ਨਲਿਜ਼ਮ ਦੇਖ ਲਓ ਤਾਂ ਵੀ ਤੁਹਾਨੂੰ ਭਾਜਪਾ ਹੀ ਦਿਸਦੀ ਹੈ। ਅੱਜ ਜੋ 2 ਮਹੀਨਿਆਂ ਦੀ ਸਰਕਾਰ ਬਣਨ ਤੋਂ ਬਾਅਦ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜੋ ਪੰਜਾਬ ਦੇ ਵਿੱਚ ਖਾਸ ਕਰ ਹੋਈ ਪਈ ਆ, ਇਹਨੂੰ ਜੇ ਤੁਸੀਂ ਸੋਚੋ ਕਿ ਪੰਜਾਬ ਕਿਤੇ ਮੁੜ 84 ਵਾਲੇ ਦੰਗਿਆਂ ਵੱਲ ਨੂੰ ਨਾ ਚਲੇ ਜਾਏ, ਇਦਾਂ ਮੇਰਾ ਖਿਆਲ ਅੱਤਵਾਦ ਤੋਂ ਬਾਅਦ ਪਹਿਲੀ ਵਾਰੀ ਹੋਇਆ ਕਿ ਭਰੀ ਬੱਸ ਤੁਹਾਨੂੰ ਭਾਜਪਾ 'ਚੋਂ ਲਿਆਕਤ ਲੱਗਦੀ ਹੈ ਕਿ ਅੱਤਵਾਦ ਲਿਆਉਣ ਤੋਂ ਰੋਕ ਸਕਦੇ ਆ? ਕਿਉਂਕਿ ਇਹ ਤਾਂ ਖੁਦ ਧਰਮ ਦਾ ਹੋਣ ਦਾ ਠੱਪਾ ਲੱਗਿਆ, ਹਿੰਦੂਵਾਦੀ ਹੈ, ਸਿੱਖ ਵਿਰੋਧੀ ਹੈ, ਇਹ ਤਾਂ ਬੜਾ ਵੱਡਾ ਠੱਪਾ ਹੈ ਭਾਜਪਾ ਤੇ। ਇਹ ਤੁਸੀਂ ਤਾਂ ਇਹ ਗੱਲ ਕਹਿ ਨਹੀਂ ਸਕਦੇ, ਤੁਸੀਂ ਤਾਂ ਇੱਕ ਚੈਨਲ ਵਾਲੇ ਹੋ ਔਰ ਯੂ ਹੈਵ ਸੀਨ ਪਬਲਿਕ ਜੋ ਕਹਿੰਦੀ ਹੈ ਸਾਨੂੰ। ਨਹੀਂ, ਇਹ ਪਬਲਿਕ ਨੂੰ ਪਰਸੈਪਸ਼ਨ ਕੌਣ ਬਣਾਉਂਦਾ? ਜਾਂ ਤਾਂ ਮੀਡੀਆ ਹੀ ਬਣਾਉਂਦਾ ਪਰਸੈਪਸ਼ਨ। ਤੁਸੀਂ ਦੇਖਿਆ ਬੀਜੇਪੀ ਨੇ ਜਿਹੜੀ ਚਿਰ ਤੋਂ ਦਿੱਲੀ ਦੇ ਦੰਗੇ ਸੀ, ਉਹਦਾ ਕਾਂਗਰਸ ਨੇ, ਹੋਰ ਪਾਰਟੀਆਂ ਵੀ ਆਈਆਂ, ਕਿਸੇ ਨੇ 30-35 ਸਾਲ ਕੁਛ ਨਹੀਂ ਕੀਤਾ। ਭਾਜਪਾ ਨੇ ਆ ਕੇ ਉਹਦੇ ਤੇ ਇੱਕ ਕਮੇਟੀ ਬਣਾਈ ਹੈ ਜਿਹਦੇ ਵਿੱਚ ਜਿੰਨੇ ਉਹ ਕਾਂਗਰਸ ਦੇ ਲੀਡਰ ਸੀ ਉਹ ਸਾਰਿਆਂ ਨੂੰ ਚੱਕ ਕੇ ਟਾਈਟਲਰ ਵਰਗਿਆਂ ਨੂੰ ਜੇਲ੍ਹਾਂ 'ਚ ਸਿੱਟਿਆ। ਜੇ ਕਮਲਨਾਥ ਦੇ ਉੱਤੇ ਤਲਵਾਰ ਲਟਕੀ ਆ, ਉਸੇ ਕਮੇਟੀ ਦੀ ਰਿਪੋਰਟ ਕਰਕੇ ਲਟਕੀ ਪਈ ਆ। ਜੇ ਆਪਾਂ ਗੱਲ ਕਰੀਏ ਪਾਕਿਸਤਾਨ ਦੇ ਗੁਰਧਾਮਾਂ ਦੀ, ਜਿੱਥੇ ਅਸੀਂ ਰੋਜ਼ ਅਰਦਾਸਾਂ ਕਰਦੇ ਸੀ, ਉਹਦੀ ਕਿਹਨੇ ਖੋਲ੍ਹ ਕੇ ਦਿੱਤਾ? ਉਹ ਬੇਸ਼ੱਕ ਤੁਸੀਂ ਸਿੱਧੂ ਸਾਹਿਬ ਕ੍ਰੈਡਿਟ ਲੈਂਦੇ, ਹੁਣ ਮੇਰਾ ਦੋਸਤ ਸੀ, ਜਿੰਨੀ ਦੇਰ ਤੱਕ ਸੈਂਟਰ ਦੀ ਸਰਕਾਰ ਨਾ ਹਰੀ ਝੰਡੀ ਦਿੰਦੀ ਖੋਲ੍ਹ ਨਹੀਂ ਸੀ ਸਕਦਾ। ਜੇ ਤੁਸੀਂ 401 ਸਾਲਾ ਦੇਖੋ ਗੁਰੂ ਸਾਹਿਬ ਦਾ ਮਨਾਇਆ, ਕਦੀ ਤੁਸੀਂ ਸੋਚਿਆ ਸੀ ਆ ਕਿਸਾਨ ਅੰਦੋਲਨ 'ਚ ਇੱਕ ਉੱਥੇ ਝੰਡਾ ਲਾਤਾ ਸੀ ਤੇ ਕਿੱਡਾ ਕੁਛ ਹੋ ਗਿਆ? ਸਾਰੇ ਕੇਸਰੀ ਨਿਸ਼ਾਨ ਸਾਹਿਬ, ਔਰ ਪਹਿਲੀ ਵਾਰੀ ਹਿੰਦੁਸਤਾਨ ਦੇ ਇਤਿਹਾਸ 'ਚ ਹੈ ਵੀ 26 ਜਨਵਰੀ 15 ਅਗਸਤ ਤੋਂ ਇਲਾਵਾ ਪ੍ਰਧਾਨ ਮੰਤਰੀ ਸ਼ਾਮ ਦੇ ਟਾਈਮ ਉੱਥੋਂ ਸੰਬੋਧਨ ਕੀਤਾ ਹੋਵੇ। ਇਹ ਵੀ ਸਾਡੇ 75 ਸਾਲਾਂ 'ਚ ਪਹਿਲੀ ਵਾਰ ਹੋਇਆ ਨਾ, ਇੱਕ ਇਕਲੌਤਾ ਪ੍ਰਧਾਨ ਮੰਤਰੀ ਇਹੋ ਜਿਹਾ ਆਇਆ ਜਿਹਨੂੰ ਬਕਾਇਦਾ ਇੱਕ ਆਈਵਨ ਮਿਨਿਸਟਰੀ ਨੇ ਕਿਤਾਬ ਛਾਪੀ ਤੇ ਦੱਸਣਾ ਪਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਖਾਂ ਨਾਲ ਖਾਸ ਰਿਸ਼ਤਾ। ਪਹਿਲਾ ਪ੍ਰਧਾਨ ਮੰਤਰੀ ਹੋਣਾ ਭਾਰਤ ਦਾ ਜਿਹਨੂੰ ਆਪਣਾ ਸਿੱਖਾਂ ਨਾਲ ਰਿਸ਼ਤਾ ਦੱਸਣਾ ਪੈ ਰਿਹਾ। ਉਹ ਪਰਸੈਪਸ਼ਨ ਬਣਾਈ ਤਾਂ ਤੁਸੀਂ ਲੋਕਾਂ ਨੇ ਆ ਨਾ, ਮੀਡੀਆ ਨੇ। ਜਦੋਂ ਪ੍ਰਧਾਨ ਮੰਤਰੀ ਇੰਨਾ ਇਨਸਿਕਿਉਰ ਹੋ ਗਿਆ, ਉਹਨੂੰ ਕਿਤਾਬ ਛਾਪ ਕੇ ਦੱਸਣਾ ਪੈ ਰਿਹਾ ਵੀ ਮੈਂ ਸਿੱਖਾਂ ਦਾ ਹਮਾਇਤੀ ਹਾਂ। ਬਿਲਕੁਲ, ਮੈਂ ਵੀ ਤਾਂ ਹੁਣ 4 ਚੀਜ਼ਾਂ ਦੱਸੀਆਂ ਨਾ ਤੁਹਾਨੂੰ। ਤੁਸੀਂ ਉਹ ਕਿਤਾਬ ਪੜ੍ਹੀ? ਮੈਂ ਪੜ੍ਹੀ ਨਹੀਂ। ਪਹਿਲਾਂ ਮੇਰੀ ਬੇਨਤੀ ਸੁਣ ਲਓ। ਜਿਹੜੇ ਤੁਸੀਂ ਸਵਾਲ, ਜਦੋਂ ਤੁਸੀਂ ਜਿਸ ਸੰਦਰਭ ਦੇ ਵਿੱਚ ਤੁਹਾਡਾ ਸਵਾਲ ਹੋਊਗਾ ਉਸੇ ਸੰਦਰਭ 'ਚ ਜਵਾਬ ਹੋਊਗਾ। ਜਦੋਂ ਤੁਸੀਂ ਪਰਸੈਪਸ਼ਨ ਬਣਾ ਦੂੰਗੇ ਮੇਰੇ ਤੇ ਵੀ ਇਹ ਸਿੱਖਾਂ ਦਾ ਵਿਰੋਧੀ, ਮੈਂ ਕਹੂੰਗਾ ਨਹੀਂ ਮੈਂ ਹਮਾਇਤੀ ਹਾਂ। ਜਦੋਂ ਤੁਸੀਂ ਇੱਕ ਪਰਸੈਪਸ਼ਨ ਇੱਕ ਬੰਦੇ ਦੀ ਬਣਾਤੀ, ਹੁਣ ਤੁਸੀਂ ਮੇਰੇ ਕੋਲੇ ਕਿਹਾ ਤੁਸੀਂ ਭੰਨ ਰਹੇ ਹੋ, ਤੁਸੀਂ ਨਹੀਂ, ਮੈਂ ਮੀਡੀਆ ਨੂੰ ਨਹੀਂ, ਮੈਂ ਕਿਹਾ ਪਰਸੈਪਸ਼ਨ ਇੱਕ ਬਣ ਗਈ, ਉਹ ਆਪਾਂ ਲੋਕਾਂ ਨੇ ਬਣਾਤੀ। ਜਿਹੜੀ ਗੱਲ ਮੈਂ ਕਹਿਣਾ ਆ ਉਹ ਲੋਕਾਂ 'ਚ ਮੀਡੀਆ ਲੈ ਕੇ ਜਾਂਦਾ। ਉਹ ਗੱਲ ਜ਼ਰੂਰੀ ਨਹੀਂ ਮੀਡੀਆ ਕਹਿੰਦਾ ਆ। ਮੇਰੀ ਗੱਲ ਕਹੀ, ਮੈਂ ਜੇ ਕਹਾਂ ਵੀ ਇਹ ਭਾਜਪਾ ਹਿੰਦੂਆਂ ਦੀ ਪਾਰਟੀ ਆ ਜਾਂ ਮੈਂ ਕਹਾਂ ਕਾਂਗਰਸ ਫਲਾਨਿਆਂ ਦੀ ਪਾਰਟੀ ਆ, ਤਾਂ ਉਹ ਲੋਕਾਂ ਤੱਕ ਲੈ ਕੇ ਮੀਡੀਆ ਨੇ ਜਾਣਾ। ਇਹ ਚਰਚਾ ਭਾਵੇਂ ਕਿਸੇ ਲੀਡਰ ਦੁਆਰਾ ਹੋਵੇ, ਭਾਵੇਂ ਕਿਸੇ ਪੋਲੀਟੀਕਲ ਪਾਰਟੀ ਦੁਆਰਾ ਹੋਵੇ, ਪਰ ਲੋਕਾਂ ਤੱਕ ਪਹੁੰਚ ਗਈ। ਜਿਹੜੀ ਇਹ ਮਿਸ ਕਮਿਊਨੀਕੇਸ਼ਨ ਹੈਗੀ ਆ, ਇਹ ਗਲਤ ਆ। ਜਦ ਕਿ ਅੱਜ ਤੁਸੀਂ ਦੇਖੇ ਜਿਹੜੇ ਸ਼ਾਮਲ ਹੋਣ ਵਾਲਿਆਂ ਦੇ ਵਿੱਚ ਬਲਬੀਰ ਸਿੱਧੂ ਹਿੰਦੂ ਹੈ, ਕਾਂਗੜ ਸਾਹਿਬ ਹਿੰਦੂ ਹੈ, ਮੈਂ ਹਿੰਦੂਆਂ ਦਾ ਮੁੰਡਾ, ਇੰਨੇ ਵੱਡੇ ਸਿਰਸਾ ਸਾਹਿਬ ਹਿੰਦੂ ਆ, ਐਡੇ ਵੱਡੇ। ਅੱਜ ਤੁਸੀਂ ਦੇਖੋ ਭਗਵੰਤ ਮਾਨ ਨੇ ਤਾਂ ਇੱਕ ਜਵਾਕ ਮਰਾਤਾ ਜਿਹਦੀ ਇਨਪੁਟ ਆ ਗਈ ਸੀਗੀ ਭਈ ਮੈਂ ਉਹਦੇ ਕਹਿਤਾ ਸੀ ਗੈਂਗਸਟਰ ਨੇ ਵੀ ਉਹਦੇ ਗਨਮੈਨਾਂ ਕੋਲੇ ਸਾਲਟਾਂ ਆ, ਸਾਨੂੰ ਹਥਿਆਰ ਵੱਡਾ ਦਿਓ। ਅਜੀਤ ਨੇ ਛਾਪੀ ਇਹ ਗੱਲ ਤੇ ਉਹਨਾਂ ਨੇ ਕਿਹਾ ਅਸੀਂ ਭੇਜਦੇ ਹਾਂ। ਇਹਨਾਂ ਨੂੰ ਇਨਪੁਟ ਦਿੱਲੀ ਨੇ ਦੇ ਦਿੱਤੀ, ਸੈਂਟਰ ਗੌਰਮੈਂਟ ਨੇ। ਇਹਨਾਂ ਨੂੰ ਤਾਂ ਚਾਹੀਦਾ ਸੀ ਉਹਦੀ ਸਿਕਿਉਰਿਟੀ ਵਧਾਉਂਦੇ, ਉਹਦੀ ਹੋਰ ਬੈਡਰਾ ਕਰ ਲਈ, ਉਹ ਜਵਾਕ ਮਰਾਤਾ। ਸਾਡੇ ਅਕਾਲ ਤਖਤ ਸਾਹਿਬ ਦੇ ਸਿਰਮੌਰ ਸ਼ਖਸੀਅਤ ਨੇ ਜਥੇਦਾਰ ਸਾਹਿਬ, ਇਹ ਉਹਨਾਂ ਦੀ ਵੀ ਇੱਕ ਹਿਸਾਬ ਨਾਲ ਇਹਨਾਂ ਨੇ ਇੱਜ਼ਤ ਦੀ ਡਾਊਨਫਾਲ ਕੀਤਾ। ਉਹ ਪੋਲੀਟੀਸ਼ੀਅਨ ਨਹੀਂ ਹੈ, ਧਾਰਮਿਕ ਅਹੁਦੇ ਤੇ ਬੈਠੇ ਨੇ, ਉਹਨਾਂ ਨੂੰ ਸੁਰੱਖਿਆ ਕਾਹਦੀ ਚਾਹੀਦੀ ਹੈ? ਧਾਰਮਿਕ ਕਹਿ ਲਓ ਵੀ ਉਹਦੇ ਜਿਹੜੇ ਪ੍ਰਤੀਨਿਧੀ ਨੇ ਉਹ। ਜਦੋਂ ਤੁਸੀਂ ਅੱਜ ਮੈਨੂੰ ਕੁਐਸਚਨ ਕੀਤਾ ਕਿ ਬੀਜੇਪੀ ਹਿੰਦੂ ਜਮਾਤ ਆ, ਸਿੱਖਾਂ ਦੀ ਨਹੀਂ, ਇੱਕ ਸਿੱਖ ਧਰਮ ਦਾ ਸਭ ਤੋਂ ਵੱਡਾ ਜਿਹਨੂੰ ਅੰਗਰੇਜ਼ ਪੌਪ ਕਹਿੰਦੇ ਆ, ਤੇ ਸਾਡੇ ਧਰਮ ਦੇ ਵਿੱਚ ਉਹਨੂੰ ਬਹੁਤ ਸਤਿਕਾਰ ਨਾਲ ਅਸੀਂ ਉਹਨਾਂ ਨੂੰ ਜਥੇਦਾਰ ਸਾਹਿਬ ਕਹਿੰਦੇ ਆ। ਜੇ ਅੱਜ ਉਹ ਬਿਨਾਂ ਸਿਕਿਉਰਿਟੀ ਤੋਂ, ਰੱਬ ਨਾ ਕਰੇ ਉਹਨਾਂ ਦੇ ਤਲਵਾਰਾਂ ਵਾਲੇ ਗਨਮੈਨਾਂ ਤੇ ਨਹੀਂ ਰੱਖਿਆ ਹੁੰਦੀ,
ਰੱਬ ਨਾ ਕਰੇ ਜੇ ਕੁਝ ਹੋ ਜਾਂਦਾ ਫਿਰ ਵੀ ਤੁਸੀਂ ਇਹ ਕੁਐਸਚਨ ਕਰਨਾ ਸੀ ਵੀ ਜੇ ਇਹਨਾਂ ਨੇ ਲਈ ਸੀ ਨਹੀਂ ਦਿੱਤੀ ਸੀ ਤੇ ਸੈਂਟਰ ਦਾ ਕੋਈ ਫਰਜ਼ ਨਹੀਂ ਸੀ ਬਣਦਾ। ਗ੍ਰਹਿ ਮੰਤਰੀ ਦੇਖਦਾ ਵੀ ਇੱਕ ਧਰਮ ਦਾ, ਫਿਰ ਤੁਸੀਂ ਕਹਿਣਾ ਸੀਗਾ ਵੀ ਉਹ ਹਿੰਦੂਵਾਦ ਕਰਕੇ ਸਿੱਖ ਨੂੰ ਵੀ ਇੱਕ ਧਰਮ ਦਾ ਐਡਾ ਵੱਡਾ ਪੌਪ, ਐਡਾ ਵੱਡਾ ਉਹ ਜਿਹੜਾ ਨੁਮਾਇੰਦਾ ਕਹਿ ਲਓ, ਪ੍ਰਤੀਨਿਧੀ ਹਾਂ ਕਹਿ ਲਓ। ਹਾਂ ਧਾਰਮਿਕ ਨੁਮਾਇੰਦਾ, ਧਾਰਮਿਕ ਆਗੂ, ਧਾਰਮਿਕ ਨੁਮਾਇੰਦਾ, ਤੇ ਉਹਨੂੰ ਤੁਸੀਂ ਸੁਰੱਖਿਆ ਹੀ ਨਹੀਂ ਦੇ ਪਾਏ ਤੇ ਉਹਦਾ ਹੈ। ਸੋ ਅੱਜ ਬੀਜੇਪੀ ਨੇ ਉਹਨਾਂ ਨੂੰ ਜ਼ੈਡ ਸਿਕਿਉਰਿਟੀ ਦਿੱਤੀ ਹੈ, ਬਾਈ ਕਮਾਂਡੋ ਦਿੱਤੇ। ਫਿਰ ਜੇ ਬੀਜੇਪੀ ਦੇ ਮਨ ਦੇ ਵਿੱਚ ਸਿੱਖਾਂ ਪ੍ਰਤੀ ਇਦਾਂ ਦਾ ਨਾ ਹੋਵੇ ਤਾਂ ਫਿਰ ਕਿਉਂ ਉਹਨਾਂ ਨੂੰ ਕੀ ਲੋੜ ਆ ਉਹ ਕਹਿਣ ਮਰਨ ਲੜ ਕੇ। ਭਾਜਪਾ ਲਈ ਔਖਾ ਨਹੀਂ ਹੋ ਜਾਏਗਾ? ਇੰਨੇ ਸਾਰੇ ਚਿਹਰਿਆਂ ਨੂੰ ਬਣਦਾ ਮਾਨ ਸਤਿਕਾਰ ਕਿੱਥੋਂ ਸੰਭਾਲ ਪਾਏਗੀ? ਭਾਜਪਾ 23 ਸੀਟਾਂ ਤੇ ਲੜਨ ਵਾਲੀ ਪਾਰਟੀ ਸੀ। ਉਹ ਆਪ ਇਹ ਗੱਲ ਕਹਿੰਦੇ ਨੇ, ਸਾਡੇ ਪ੍ਰਧਾਨ ਜੀ ਵੀ ਉੱਪਰਲੇ ਵੀ ਸਾਰੇ, ਉਹ ਕਹਿੰਦੇ ਕਿ ਜੇ ਪਾਰਟੀ ਨੂੰ 117 ਤੇ ਲੈ ਕੇ ਜਾਣਾ, ਜ਼ਰੂਰੀ ਥੋੜੀ ਸਾਰਿਆਂ ਨੂੰ ਐਮਐਲਏ ਦੀਆਂ ਟਿਕਟਾਂ ਹੀ ਦੇਣੀਆਂ। 13 ਐਮਪੀ ਨੇ ਤੇ 117 ਐਮਐਲਏ ਨੇ। ਪਾਰਟੀ ਦੇ ਵਿੱਚ ਬਹੁਤ ਵੱਡੇ ਅਹੁਦੇ, ਔਰ ਭਾਜਪਾ ਦੇ ਵਿੱਚ ਆ ਕੇ ਮੈਂ ਇੱਕ ਚੀਜ਼ ਦੇਖੀ, ਇੱਥੇ ਸੰਗਠਨ ਦੀ ਤਾਕਤ ਜਿਹੜੀ ਆ ਉਹ ਰਾਜਨੀਤਿਕ ਲੀਡਰਾਂ ਨਾਲੋਂ ਵੀ ਜ਼ਿਆਦਾ ਤੱਕ ਮਾਨਤਾ ਹੈਗੀ। ਇਹਨਾਂ ਦੇ ਐਮਐਲਏ ਸੰਗਠਨ ਵਾਲਿਆਂ ਦੇ ਜ਼ਿਆਦਾ ਰਿਸਪੈਕਟ ਦਿੰਦੇ ਹੈਗੇ। ਸੋ ਬੜੇ ਅਹੁਦੇ, ਬੜਾ ਕੁਛ ਹੁੰਦਾ। ਸੈਂਟਰ ਦੀ ਪਾਰਟੀ ਹੈ, ਇਹਨਾਂ ਕੋਲੇ ਬੜਾ ਕੁਛ ਆ ਦੇਣੇ ਨੂੰ। ਲੱਗਦਾ ਕਾਂਗਰਸ 'ਚ ਰਹਿਣਾ ਤੁਹਾਡਾ ਆਪਣੇ ਰਾਜਨੀਤਿਕ ਜੀਵਨ ਦੀ ਗਲਤੀ ਸੀ, ਮੰਨਦੇ ਹੋ? ਮੈਂ ਜਦੋਂ ਕਾਂਗਰਸ ਜੁਆਇਨ ਕੀਤੀ ਸੀ, ਮਲੂਕੜਾ ਜਿਹਾ ਮੁੰਡਾ ਸੀ ਮੈਂ, ਯੂਥ ਕਾਂਗਰਸ ਵੇਲੇ ਤੋਂ ਜੁਆਇਨ ਕੀਤੀ ਸੀ। ਔਰ ਅਸੀਂ ਫੌਜੀ ਬਾਪ ਦਾ ਮੁੰਡਾ ਮੈਂ, ਤੇ ਅਸੀਂ ਤਾਂ ਜਿਹੜੇ ਬਲੱਡ ਦੇ ਵਿੱਚ DNA ਦੇ ਵਿੱਚ ਬੇਵਫਾਈ ਨਹੀਂ, ਜਿਹਦੇ ਨਾਲ ਹੋ ਗਏ ਉਹਦੀ ਜਿਹੜੀ ਕਿਸ਼ਤੀ 'ਚ ਸਵਾਰ ਹੋ ਗਏ ਉਹਦੀ ਸੁੱਖ ਮੰਗੀ ਦੀ ਜੈ ਜੈਕਾਰ। ਡੁੱਬਦੇ ਨਾਲ ਹੀ ਜਾਣਾ। ਮੇਰੀ ਕਿਸਮਤ ਬਹੁਤ ਚੰਗੀ ਹੈ। ਜਿਹੜੇ ਬੰਦੇ ਵਫਾਦਾਰ ਹੁੰਦੇ ਆ, ਜਿਹੜੇ ਬੰਦੇ ਦਿਲੋਂ ਸੱਚੇ ਸੁੱਚੇ ਹੁੰਦੇ, ਉਹਨਾਂ ਦੀ ਪ੍ਰਮਾਤਮਾ ਮਦਦ ਕਰਦਾ। ਇਹਨਾਂ ਦੇ ਡੁੱਬਣ ਤੋਂ ਪਹਿਲਾਂ ਹੀ ਮੈਨੂੰ ਪ੍ਰਮਾਤਮਾ ਨੇ ਚੰਗੀ ਕਿਸ਼ਤੀ 'ਚ ਚੜਾਤਾ। ਕਿਨਾਰੇ ਲਾਤੇ ਸੀ ਜੀ। ਸੋ ਇਹ ਜਿਹੇ ਲੀਡਰਾਂ ਬਾਰੇ ਕੀ ਕਹੋਗੇ ਫਿਰ, ਜਿਹੜੇ ਹੁਣ ਕਾਂਗਰਸ 'ਚ ਰਹੇ, ਕਾਂਗਰਸ ਨੇ ਬਣਦਾ ਮਾਨ ਸਨਮਾਨ ਦਿੱਤਾ, ਉੱਥੇ ਵਜ਼ੀਰੀਆਂ ਭੋਗੀਆਂ, ਹੁਣ ਇਹਨੂੰ ਤੁਸੀਂ ਬੇਵਫਾਈ ਨਹੀਂ ਕਹੋਗੇ? ਦੇਖੋ, ਅੱਜ ਕਾਂਗਰਸ ਦੇ ਵਿੱਚ ਹਰ ਬੰਦੇ ਦਾ ਦਮ ਘੁੱਟ ਰਿਹਾ, ਕਿਉਂਕਿ ਜਿਹੜੀ ਲੀਡਰਸ਼ਿਪ ਆ ਆਪਾਂ ਉਸੇ ਦੀ ਗੱਲ ਹੀ ਕਰਦੇ ਹਾਂ। ਬਾਕੀ ਭਾਵੇਂ 4 ਵਾਰੀ ਵਜ਼ੀਰ ਰਿਹਾ ਹੋਵੇ, ਭਾਵੇਂ ਕੈਬਨਿਟ ਦਾ ਵਜ਼ੀਰ ਰਿਹਾ ਹੋਵੇ, ਉਹ ਵਰਕਰ ਹੀ ਹੁੰਦਾ ਵੱਡੇ ਲੀਡਰਾਂ ਵਾਸਤੇ। ਔਰ ਜਦੋਂ ਮਰਜ਼ੀ ਮੇਰੇ ਵਰਗੇ ਦੀ ਟਿਕਟ ਫੜ ਕੇ ਤੇ ਜਿਹਨੂੰ ਮਰਜ਼ੀ ਫੜਾ ਦਿੰਦੇ ਆ। ਸੋ ਇਸ ਕਰਕੇ ਸਿਟਿੰਗ ਐਮਐਲਏ ਵੀ ਉੱਥੇ, ਵਜ਼ੀਰ ਵੀ ਉੱਥੇ, ਕੋਈ ਉਹਨਾਂ ਦੇ ਮੂਹਰੇ ਕੁਛ ਨਹੀਂ। ਜਿਹਦੀ ਮਰਜ਼ੀ ਟਿਕਟ ਕੱਟ ਕੇ ਤੇ ਦੂਜੇ ਨੂੰ 1 ਮਿੰਟ 'ਚ ਹੀ ਫੜਾ, ਕੱਟੀਆਂ ਹੀ ਨੇ ਜੀ। ਹੁਣ ਤੁਸੀਂ ਦੇਖੋ KP ਸਾਹਿਬ ਵਰਗੇ ਨੂੰ ਸਮਰਾਲੇ ਵਾਲੇ ਕਿੰਨੀ ਵਾਰੀ ਦੇ ਸੀਗੇ, ਕਈ ਬੰਦੇ ਇਹੋ ਜਿਹੇ ਮੈਂ ਤੁਹਾਨੂੰ ਗਿਣਾ ਦਿੰਦਾ ਜਿਹੜੇ ਕਿੰਨੀ ਵਾਰ ਦੇ। ਸੋ ਇਵੇਂ ਕਰਦੀਆਂ ਪਾਰਟੀਆਂ। ਸੋ ਅੱਜ ਜੇ ਪਾਰਟੀ ਦੇ ਵਿੱਚ, ਉਸ ਕਾਂਗਰਸ ਦੇ ਵਿੱਚ ਜਿੱਥੇ ਲੀਡਰਸ਼ਿਪ ਦੀ ਵਿਹੂਣਤਾ ਜਿਹੜੀ ਆ ਉਹ ਘਾਟ ਰੜਕ ਰਹੀ ਆ, ਤਾਂ ਫਿਰ ਬੰਦਾ ਲੜ ਕਿਹਦੇ ਲਈ ਰਿਹਾ? ਆਪਣੀ ਲੀਡਰਸ਼ਿਪ ਲਈ, ਆਪਣੀ ਪਾਰਟੀ ਲਈ ਤੁਸੀਂ ਲੜਦੇ ਹੋ। ਲੋਕਾਂ ਨਾਲ ਰੋਜ਼ ਜੁੱਤੀ ਹੁੰਨੇ, ਆਪਦਾ ਘਰ, ਆਪਦਾ ਚੈਨ ਤਿਆਗ ਕੇ। ਔਰ ਤੁਹਾਡੇ 'ਚ ਇਹ ਕਹਿਣੇ ਨੂੰ ਜੋ ਮਰਜ਼ੀ ਕਹਿ ਲਓ। ਹੁਣ ਤੁਸੀਂ ਕਹਿਣ ਨੂੰ ਇਹ ਕਹਿ ਲਓਗੇ ਜੇ ਸੇਵਾ ਹੀ ਕਰਨੀ ਹੈ ਤਾਂ ਫਿਰ ਤੁਸੀਂ ਜ਼ਰੂਰੀ ਪੋਲੀਟੀਕਲ ਕਰਨੀ, ਫਿਰ ਤੁਸੀਂ ਉਹ ਕਰ ਲਓ। ਆਮ ਆਦਮੀ ਸੇਵਾਦਾਰ ਕੋਲੇ ਪਾਵਰ ਕੀ ਹੈ ਸੇਵਾ ਕਰਨ ਦੀ? ਇੱਕ ਪੋਲੀਟੀਕਲ ਬੰਦੇ ਕੋਲੇ ਇਕੱਲੀ ਵਿਲ ਨਹੀਂ ਹੁੰਦੀ, ਉਹਦੇ ਕੋਲ ਰਿਸੋਰਸਿਸ ਵੀ ਹੁੰਦੇ ਆ, ਸਾਧਨ ਵੀ ਚਾਹੀਦੇ, ਉਹਦੇ ਕੋਲ ਰਿਸੋਰਸਿਸ ਵੀ ਹੁੰਦੇ ਆ ਸੇਵਾ ਕਰਨ ਦੇ। ਸੋ ਇਹ ਸੇਵਾ ਤਾਂ ਇੱਕ ਤਰ੍ਹਾਂ ਦੀ ਨਹੀਂ, ਕੋਈ ਪੋਲਿਟਿਕਸ ਵਿੱਚ ਆ ਕੇ ਕਰ ਰਿਹਾ, ਕੋਈ ਮੰਦਿਰ ਦੇ ਵਿੱਚ ਬਹਿ ਕੇ, ਕੋਈ ਗੁਰਦੁਆਰੇ 'ਚ ਲੰਗਰ ਬਣਾ ਕੇ ਕਰ ਰਿਹਾ, ਕੋਈ ਸਮਾਜ ਦੇ ਚੰਗੇ ਕੰਮ ਕਰਕੇ ਕਰ ਰਿਹਾ। ਜਿਹੜਾ ਰਸਤਾ ਇਹਨਾਂ ਨੇ ਚੂਜ਼ ਕੀਤਾ, ਕਿਤੇ ਨਾ ਕਿਤੇ ਉਹਦੇ ਵਿੱਚ ਕਾਂਗਰਸ ਪਾਰਟੀ 'ਚ ਵੱਡਾ ਖਲਾਅ ਦਿਸਦਾ। ਤਾਂ ਫਿਰ ਬੰਦਾ ਜਦੋਂ ਆਪਣੇ ਵਾਸਤੇ, ਆਪਣੇ ਰਾਜਨੀਤਿਕ ਭਵਿੱਖ ਵਾਸਤੇ, ਆਪਣੇ ਹਲਕੇ ਦੇ ਜਿਹੜੇ ਲੋਕ ਜੁੜੇ ਆ, ਉਹ ਵੀ ਨਹੀਂ ਟਿਕਣ ਦਿੰਦੇ ਜੀ, ਉਹ ਵੀ ਨਹੀਂ ਟਿਕਣ ਦਿੰਦੇ। ਅਗਲੇ ਆਪਣੇ ਲੀਡਰ ਤੋਂ ਕਾਮਨਾ ਕਰਦੇ ਆ ਵੀ ਤੂੰ ਹੁਣ ਦੱਸ ਕਿੱਥੇ ਮਰੀ 'ਚ ਬੈਠਾ ਪਾਰਟੀ 'ਚ, ਆਪਾਂ ਕੁਛ ਕਰੀਏ। ਸੋ ਇਹ ਚੀਜ਼ਾਂ, ਮੈਂ ਜਦੋਂ ਪਾਰਟੀ ਜੁਆਇਨ ਕੀਤੀ ਤਾਂ ਮੇਰੇ ਬਹੁਤ ਸਾਰੇ ਸਾਥੀ, ਮੇਰੇ ਸਰਪੰਚ, ਖਾਸ ਕਰ ਪਿੰਡਾਂ ਵਾਲੇ, ਮੈਨੂੰ ਇਹ ਕਹਿ ਕੇ ਭੱਜ ਗਏ ਵੀ ਇਹਦੇ ਨਾਲੋਂ ਤਾਂ ਜੀ ਯਾਦ ਖੜ ਜਾਓ, ਉਹ ਜ਼ਿਆਦਾ ਬੈਟਰ ਸੀ। ਅੱਜ ਮੈਂ ਕੱਲ੍ਹ 9 ਪਿੰਡ ਕੱਢ ਕੇ ਆਇਆ, ਅਤੇ ਅੱਜ ਹਰ ਬੰਦਾ ਮੈਨੂੰ ਮੂਹਰੇ ਹੋ ਕੇ ਇਹ ਕਹਿੰਦਾ ਆਪਾਂ ਤਾਂ ਜੀ ਬਹੁਤ ਵਧੀਆ ਰਹਿ ਗਏ, ਇਹ ਤਾਂ ਜੀ ਆਪਾਂ ਚੰਗੇ ਰਹਿ ਗਏ, ਆਪਾਂ ਮੂਹਰਲੀ ਲਾਈਨ 'ਚ ਆ ਗਏ, ਆਪਾਂ ਨੂੰ ਟਿਕਟ ਵੀ ਦਿੱਤੀ, ਆਪਾਂ ਲੜ ਵੀ ਲਈ, ਹੁਣ ਆਪਾਂ ਨੂੰ ਅਗਲੀ ਦੀ ਵੀ ਝਾਕ ਆ। ਅਤੇ ਕਾਂਗਰਸ ਦਾ ਤਾਂ ਹਾਲ ਉਹੀ ਆ ਜੀ, ਅਤੇ ਝਾੜੂ ਵਾਲਿਆਂ ਦਾ ਵੀ 2 ਮਹੀਨੇ 'ਚ ਦਿਸ ਪਿਆ ਉਹੀ ਹਾਲ ਆ ਜੀ। ਸਾਰਿਆਂ ਨੇ ਜੀ ਹੁਣ ਭਾਜਪਾ 'ਚ ਹੀ ਆਉਣਾ, ਅਗਲੀ ਸਰਕਾਰ। ਲੋਕ ਕਹਿਣ ਲੱਗ ਪਏ, ਜਿਹੜੀ ਭਾਖਿਆ ਭਉ ਪਾਰ ਕਹਿੰਦੇ ਹੁੰਦੇ ਨਾ, ਜਦੋਂ ਲੋਕਾਂ ਦੀ ਜ਼ੁਬਾਨ ਹੋ ਜੇ ਉਹ ਰੱਬ ਦੀ ਜ਼ੁਬਾਨ ਬਣ ਜਾਂਦੀ। ਹੁਣ ਲੋਕ ਪਹਿਲਾਂ ਕਹਿੰਦੇ ਸੀ ਅਕਾਲੀ ਵੀ ਦੇਖ ਲਏ ਜੀ, ਕਾਂਗਰਸ ਵੀ ਦੇਖੇ, ਇੱਕ ਮੌਕਾ ਆਪ ਨੂੰ ਦੇਣਾ।
ਹੁਣ ਲੋਕ ਕਹਿੰਦੇ ਯਾਰ ਆਪ ਵੀ ਦੇਖ ਲਈ, ਹੁਣ ਭਾਜਪਾ ਹੀ ਆਊਗੀ। ਔਰ ਤੁਸੀਂ ਯਕੀਨ ਕਰਿਓ, ਕੱਲ ਪਿੰਡਾਂ 'ਚ ਮੈਨੂੰ ਲੋਕਾਂ ਨੇ ਇਹ ਕਿਹਾ ਇਹਨਾਂ ਤੋਂ ਨਹੀਂ ਜੀ ਸੂਤ ਆਉਣਾ, ਇਹ ਤਾਂ 2 ਮਹੀਨਿਆਂ 'ਚ ਇਹਨਾਂ ਨੇ ਤਾਂ ਇੰਨੇ ਬੰਦੇ ਮਰਵਾਤੇ, ਇਹ ਤਾਂ ਜੀ ਅੰਮ੍ਰਿਤਸਰ ਗਈ ਆ ਕੇ ਭਾਜਪਾ ਵਾਲਾ ਉਹੀ ਕਾਇਮ ਕਰੂ। ਲੋਕ ਹੁਣ ਐਂ ਕਹਿਣ ਲੱਗ ਪਏ ਵੀ ਦਿੱਲੀ ਮਾਡਲ ਫੇਲ ਹੈ ਜੀ, ਹੁਣ ਤਾਂ ਯੂਪੀ ਵਾਲਾ ਜੋਗੀ ਮਾਡਲ ਲਾਉਣਾ ਪੈਣਾ। ਇਹ ਲੋਕਾਂ ਦੀ ਜ਼ੁਬਾਨ ਤੇ ਆ ਗਿਆ। ਸੋ ਪ੍ਰਮਾਤਮਾ ਕਰੇ ਪੰਜਾਬ ਸੁੱਖ ਤੇ ਸ਼ਾਂਤੀ ਨਾਲ ਵਸੇ। ਅਸੀਂ ਇਹਨਾਂ ਨੂੰ ਮੌਕਾ ਦੇਵਾਂਗੇ, ਕੋਈ ਭਜਾਉਂਦੇ ਨਹੀਂ। ਇਹ ਪ੍ਰਾਇੋਰਟੀਜ਼ ਚੇਂਜ ਕਰਨ ਆਪਣੀਆਂ, ਡਰਾਮੇਬਾਜ਼ੀਆਂ, ਸ਼ੋਸ਼ੇਬਾਜ਼ੀਆਂ, ਲਿਫਾਫੇਬਾਜ਼ੀਆਂ, ਪਾਥੀਆਂ ਚੁਕਾ ਲਈਆਂ, ਉਹ ਕਰਾ ਲਿਆ, ਉਹਦੇ ਤੋਂ ਬਾਹਰ ਨਿਕਲਣ। ਸਭ ਤੋਂ ਪਹਿਲਾਂ ਬਾਰਡਰ ਸਟੇਟ ਹੈ ਪੰਜਾਬ, ਸਾਡੀ ਪ੍ਰਾਇੋਰਟੀ ਪੰਜਾਬ ਦੀ ਜਿਹੜੀ ਹੈ ਲਾਅ ਐਂਡ ਆਰਡਰ ਹੈ, ਹਮੇਸ਼ਾ ਹੀ ਰਿਹਾ। ਆਦਿ ਯੁੱਗ ਤੋਂ ਹੀ, ਜਦੋਂ ਤੋਂ ਧਾੜ ਵੀ ਬਾਹਰੋਂ ਆਉਂਦੇ ਰਹੇ, ਪੰਜਾਬ 'ਚ ਲੁੱਟਣ ਆਉਂਦੇ ਰਹੇ। ਜਦੋਂ ਵੀ ਕੋਈ ਇੱਥੇ ਖਤਰੇ ਦੀ ਗੱਲ ਆਈ ਆ ਤਾਂ ਬਾਹਰੋਂ ਹਮਲਾ ਸਿੱਧਾ ਪੰਜਾਬ 'ਚ ਹੁੰਦਾ। ਚਾਹੇ ਅੰਦਰਲੇ ਲੋਕ ਬਾਹਰਲਿਆਂ ਨਾਲ ਲੜ ਕੇ ਐਡੇ ਅਗਰੈਸਿਵ ਹੈ, ਜੇ ਬਾਹਰੋਂ ਕੋਈ ਨਾ ਆਵੇ ਆਪਸ ਵਿੱਚ ਹੀ ਲੜ ਪੈਂਦੇ। ਸੋ ਸੁੱਖ ਮੰਗਦੇ ਆ ਜੀ। ਥੈਂਕ ਯੂ। ਸੋ ਮੈਨੂੰ ਬੜੀ ਲੰਬੀ ਸਾਡੀ ਚਰਚਾ ਹੋ ਗਈ ਹੈ ਮੋਗੇ ਵਾਲੇ ਹਰਜੋਤ ਕਮਲ ਉਹਨਾਂ ਨਾਲ। ਮੋਗੇ ਵਾਲਿਆਂ ਉੱਤੇ ਗੀਤ ਵੀ ਬਣਿਆ ਹੋਇਆ, ਮੋਗੇ ਵਾਲੇ ਭੈੜੇ ਨਹੀਂ, ਪਰ ਜਿਹੜੀ ਸਾਡੀ ਨਾਲ ਟਾਕ ਹੋਈ ਹੈ, ਗੱਲਬਾਤ ਹੋਈ ਹੈ, ਤਾਂ ਜ਼ਰੂਰ ਲੱਗ ਰਿਹਾ ਕਿ ਉਹ ਗੀਤ ਹੀ ਬਣਿਆ ਹੋਇਆ, ਵਾਕਈ ਭੈੜੇ ਨਹੀਂ ਦੇ। ਔਰ ਜੇ ਤੁਸੀਂ ਸ਼ਬਦ ਸੁਣੇ ਹੋਣਗੇ ਦਰਸ਼ਕੋ ਅੱਜ ਹਰਜੋਤ ਕਮਲ ਉਹਨਾਂ ਦੇ, ਤਾਂ ਵਾਕਈ ਨਾਲ ਲੱਗ ਰਿਹਾ ਕਿ ਇੱਕ ਅਜਿਹੀ ਪਾਰਟੀ 'ਚ ਆ ਗਏ ਨੇ ਜਿਹੜੀ ਰਾਸ਼ਟਰੀਅਤਾ ਦੀ ਸੋਚ ਰੱਖਦੀ ਹੈ। ਵਿਜੇ ਪ੍ਰਦੀਪ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਚੰਡੀਗੜ੍ਹ।